वाहिगुरु जी का खालसा वाहिगुरु जी की फतेह। परम सन्मानयोग सतगुरां दे हजूर जुड़ मिल बैठे रब रूप गुरमुख सत्संगी जन, सतगुरु जी की बख्शिश महरामत का सदका गुरु दर ते जुड़न का सुभाग समा नसीब होया। सतगुरु जी की इलाही अमृतमयी बाणी का कीर्तन गुरु के प्यारे कीर्तनिया पासों आप जी ने सरवण किया। गुरु दर ते जुड़ के अपने जीवन को सवारण का निमाणा जिहा उपराला करते हैं। गुरु नानक साहब महाराज अज दे इस पावन बचन अंदर सानू सोझी दिंदे ने। सतगुरु कहंदे उस वाहिगुरू नूं जान के ओही सच्चा है जिहड़ा जन्म मरण दे गेड़ विच नहीं आउंदा। ऐसा साचा तू एको जान। वो वाहिगुरू ऐसा सच्चा है ते वो इको ही है। इस गल नूं तू चंगी तरह जान लै। चंगी तरह साडे दिमाग विच साडे दिल विच एक गल बैठ जावे कि वो वाहिगुरू ही इको एक हमेशा रहन वाला है। सतगुरु कहंदे बंदा इस गल तो अणजान, इस गल तो ना वाकफ, सिर्फ वाहिगुरू जिहड़ा हमेशा रहेगा। पर बंदा अपने आप नूं ये समझ के बैठा रहिंदा है कि मैं हजे बहुत जीना। असीं सब लोग कहंदे जरूर हाँ कि सब ने तुर जाना है, सब ने चले जाना है इत्थों, पर असीं अपने आप नूं कदे भी नहीं इस ढंग नाल देखिया कि मैं भी जाना है। कदे भी कोई भी प्राणी अपने आप बारे कदे नहीं ये विचारदा जां कदे भी नहीं सोचदा कि मैं भी कदे इस दुनिया तो जावांगा। सतगुरु कहंदे सिर्फ वाहिगुरू है जो हमेशा रहिंदा है। बाकी सब आउण जाण दे गेड़ विच पए होए ने, जम्मण मरण दे गेड़ विच। हाँ असीं सब जम्मण मरना हुक्म पछाण। सतगुरु कहंदे ये जन्म मरण वाहिगुरू दे हुक्म विच है, ये पछाण लै कि उहदा हुक्म है। ये जन्म ते मरण हुण जिहड़ा उहदा हुक्म है उस नूं किवें टाल सकदे हां? ना असीं जन्म नूं टाल सकदे हां, ना असीं मौत नूं। सतगुरु कहंदे ये जम्मण मरण उहदी रज़ा विच, उहदे हुक्म विच। उहदा हुक्म है आवन जान एक खेल बनाया। उन्हें एक खेड बना दिता, उहदी आग्या विच हो रहा है सब। इस करके सतगुरु कहंदे हुक्म विच चीज़ां पैदा हुंदियां, हुक्म विच ही बिनस जांदियां, मर जांदियां। हुक्म विच ये संसार होया, हुक्म विच बिनस जावेगा। जो उपजियो सो बिनस है, परो आज कै काल। अज जां कल। इसलिए वाहिगुरू दी ये रज़ा है। असीं इस नाल राज़ी नहीं हो पाते क्योंकि साडा बहुत मोह जुड़िया होया है चीज़ां नाल, साडे अपने साक संबंधां नाल साडा मोह है, साडा प्रेम है। इस करके
ਅਸੀਂ ਇਸ ਗੱਲ ਵਿੱਚ ਰਾਜ਼ੀ ਨਹੀਂ ਹੁੰਦੇ ਕਦੇ ਵੀ। ਸਾਡੇ ਰਾਜ਼ੀ ਹੋਣ ਜਾਂ ਨਾ ਹੋਣ ਨਾਲ ਉਹ ਬਦਲ ਤੇ ਜਾਂਦਾ ਨਹੀਂ। ਜੋ ਘਟਨਾ ਵਾਪਰੀ ਹੁੰਦੀ ਹੈ, ਐਸਾ ਤਾਂ ਹੈ ਨਹੀਂ ਕਿ ਅਸੀਂ ਨਾਰਾਜ਼ ਹੋ ਜਾਈਏ ਤੇ ਉਹ ਘਟਨਾ ਨਾ ਵਾਪਰੇ ਜਾਂ ਉਹ ਠੀਕ ਹੋ ਜਾਏ। ਜੋ ਘਰ ਵਿੱਚ ਦੁੱਖ ਆ ਗਿਆ, ਅਸੀਂ ਉਹਦੇ ਕਰਕੇ ਰੱਬ ਨਾਲ ਗੁੱਸੇ ਹੋ ਜਾਈਏ ਕਿ ਅਸੀਂ ਤੇਰੇ ਨਾਲ ਨਾਰਾਜ਼ ਹਾਂ, ਤੇ ਉਹ ਸਾਡੀ ਨਾਰਾਜ਼ਗੀ ਨਾ ਸਹਿਣ ਕਰਦਾ ਹੋਇਆ ਉਹ ਸਾਡੇ ਉਸ ਦੁੱਖ ਨੂੰ ਸੁੱਖ ਵਿੱਚ ਬਦਲ ਦੇਵੇ, ਐਸਾ ਕਦੇ ਨਹੀਂ ਹੁੰਦਾ। ਐਸਾ ਅੱਜ ਤੱਕ ਕਦੇ ਨਹੀਂ ਵਾਪਰਿਆ ਤੇ ਨਾ ਹੀ ਕਦੇ ਵਾਪਰੇਗਾ, ਕਿਉਂਕਿ ਕੁਦਰਤ ਦਾ ਨਿਯਮ ਹੀ ਇਹ ਹੈ ਕਿ ਜੋ ਆਇਆ ਹੈ ਉਸਨੇ ਜਾਣਾ ਹੀ ਜਾਣਾ ਹੈ। ਸਤਿਗੁਰੂ ਕਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈ, ਆਪਣੇ ਹਿਰਦੇ ਵਿੱਚ ਪਛਾਣ ਲੈ, ਬਾਅਦ ਵਿੱਚ ਤੈਨੂੰ ਭੁਲੇਖਾ ਨਾ ਰਹਿ ਜਾਏ। ਅਸੀਂ ਇੱਕ ਇਸ ਗੱਲ ਨੂੰ ਲੁਕੋ ਕੇ ਬਾਕੀ ਸਭ ਚੀਜ਼ਾਂ ਅਸੀਂ ਦੱਸ ਦਿੰਦੇ ਹਾਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ। ਇੱਕ ਮੌਤ ਦੀ ਗੱਲ ਅਸੀਂ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਨੂੰ ਕਦੇ ਨਹੀਂ ਦੱਸਦੇ, ਬਾਕੀ ਸਭ ਚੀਜ਼ਾਂ ਦੱਸਦੇ ਹਾਂ। ਜੋ ਸੱਚ ਹੁੰਦਾ ਉਹ ਅਸੀਂ ਦੱਸਦੇ ਨਹੀਂ, ਜੋ ਝੂਠ ਹੁੰਦਾ ਉਹ ਅਸੀਂ ਦੱਸ ਦਿੰਦੇ ਹਾਂ, ਕਿਉਂਕਿ ਮਾਇਆ ਝੂਠ ਹੈ, ਸੰਸਾਰ ਝੂਠ ਹੈ, ਇਹ ਸਾਡਾ ਰੂਪ ਰੰਗ ਝੂਠ ਹੈ, ਇਹ ਸਭ ਚੀਜ਼ਾਂ ਝੂਠ ਨੇ। ਥੋੜੇ ਸਮੇਂ ਲਈ ਦਿਸਦੀਆਂ ਫਿਰ ਬਿਨਸ ਜਾਣਗੀਆਂ, ਫਿਰ ਬਿਨਸ ਜਾਣਗੀਆਂ। ਇਸ ਲਈ ਸਤਿਗੁਰੂ ਸਮਝਾਉਂਦੇ ਇਸ ਨੂੰ ਜਾਣ, ਇਸ ਨੂੰ ਪਛਾਣ ਕਿ ਰਹਿਣ ਵਾਲਾ ਸਿਰਫ ਉਹ ਵਾਹਿਗੁਰੂ, ਸਿਰਫ ਉਹ ਪਰਮੇਸ਼ਰ। ਤੁਸੀਂ ਜਦੋਂ ਗੁਰੂ ਸਾਹਿਬਾਨ ਦਾ ਇਤਿਹਾਸ ਪੜ੍ਹੋਗੇ, ਸਾਰੇ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਐਸੀਆਂ ਕਈ ਸਾਖੀਆਂ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਸਿੱਖਾਂ ਨੂੰ ਇਹ ਹੁਕਮ ਕੀਤਾ ਕਿ ਭਾਈ ਜੇ ਤੁਸੀਂ ਸਾਡੇ ਸਰੀਰ ਨਾਲ ਜੁੜੋਗੇ ਤਾਂ ਸਰੀਰ ਦੇ ਮਰਨ ਤੇ ਦੁਖੀ ਹੋਵੋਗੇ। ਸਾਰੇ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਇੱਕ ਦੋ ਸਾਖੀਆਂ ਐਸੀਆਂ ਜ਼ਰੂਰ ਤੁਹਾਨੂੰ ਪੜ੍ਹਨ ਨੂੰ ਸੁਣਨ ਨੂੰ ਮਿਲਣਗੀਆਂ, ਕਿਉਂਕਿ ਸਰੀਰ ਹੈ ਝੂਠਾ, ਨਾਸ਼ਵੰਤ, ਇਹ ਬਿਨਸੇਗਾ, ਇਹ ਮਰੇਗਾ। ਜੇ ਇਹਦੇ ਨਾਲ ਜੁੜੋਗੇ ਤਾਂ ਦੁਖੀ ਹੋਵੋਗੇ ਹੀ ਹੋਵੋਗੇ। ਇਸ ਸਰੀਰ ਤੋਂ ਉੱਪਰ ਕੁਛ ਹੈ ਜਿਹਨੂੰ ਅਸੀਂ ਗੁਰੂ ਜੋਤ ਕਹਿੰਦੇ ਹਾਂ। ਉਹ ਜੋ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਹੈ, ਜੋ ਸਾਡੇ ਮਰਨ ਨਾਲ ਵੀ ਨਹੀਂ ਮਰਦਾ, ਜਿਹੜਾ ਉਹਦੇ ਨਾਲ ਜੁੜਦਾ ਹੈ, ਸਤਿਗੁਰੂ ਕਹਿੰਦੇ ਉਹ ਬੰਦਾ ਸੁੱਖ ਭੋਗਦਾ ਹੈ, ਉਸ ਨੂੰ ਸੁੱਖ ਹਾਸਲ ਹੁੰਦਾ ਹੈ। ਇਸ ਲਈ ਐਸਾ ਸਾਚਾ ਤੂੰ ਇੱਕੋ ਜਾਣ, ਉਹ ਵਾਹਿਗੁਰੂ ਐਸਾ ਸੱਚਾ ਹੈ, ਤੂੰ ਉਸ ਇੱਕ ਨੂੰ ਪਛਾਣ ਲੈ, ਉਹਨੂੰ ਜਾਣ ਲੈ। ਜੰਮਣ ਮਰਨਾ ਹੁਕਮ ਪਛਾਣ, ਜਨਮ ਤੇ ਮਰਨ ਉਹਦੇ ਹੁਕਮ ਵਿੱਚ ਹੈ, ਇਸ ਗੱਲ ਨੂੰ ਪਛਾਣ ਲੈ। ਇਹ ਉਹਦਾ ਹੁਕਮ ਹੈ। ਤੇ ਸਿੱਖ ਦਾ ਕੰਮ ਕੀ ਹੈ? ਸਿੱਖ ਦਾ ਕੰਮ ਉਹਦੇ ਹੁਕਮ ਨੂੰ ਮੰਨਣਾ ਹੈ। ਇਸ ਲਈ ਪਹਿਲਾ ਪਾਠ ਸਾਨੂੰ ਗੁਰੂ ਨਾਨਕ ਸਾਹਿਬ ਨੇ ਹੁਕਮ ਰਜ਼ਾਈ ਚੱਲਣਾ ਦਾ ਪੜ੍ਹਾਇਆ, ਬਾਕੀ ਗੱਲਾਂ ਹੀ ਬਾਅਦ 'ਚ ਨੇ, ਬਾਕੀ ਸਭ ਚੀਜ਼ਾਂ ਬਾਅਦ ਵਿੱਚ ਨੇ। ਪਹਿਲਾ ਕਰਮ ਕਿ ਸਿੱਖ ਹੁਕਮ ਵਿੱਚ ਤੁਰੇ, ਹੁਕਮ ਵਿੱਚ। ਇਸ ਲਈ ਹੁਕਮ ਵਿੱਚ ਤੁਰਨ ਦੀ ਸਾਡੀ ਗੱਲ ਆਰੰਭ ਕਿੱਥੋਂ ਹੋ ਜਾਂਦੀ ਹੈ? ਸਾਡੀ ਗੱਲ ਹੁਕਮ ਵਿੱਚ ਤੁਰਨ ਦੀ ਆਰੰਭ ਹੋ ਜਾਂਦੀ ਹੈ ਸਾਡੇ ਸਰੀਰ ਤੋਂ ਹੀ, ਕਿ ਸਰੀਰ ਦੇ ਨਾਲ ਵਾਹਿਗੁਰੂ ਨੇ ਕੇਸ ਬਖਸ਼ੇ ਨੇ। ਇਹਨਾਂ ਕੇਸਾਂ ਨੂੰ ਕਟਵਾਉਣਾ ਨਹੀਂ, ਕਤਲ ਨਹੀਂ ਕਰਨਾ। ਕਿਉਂ? ਕਿਉਂਕਿ ਇਹ ਉਹਦੇ ਹੁਕਮ ਵਿੱਚ ਵੱਧ ਫੁੱਲ ਰਹੇ ਨੇ, ਇਹ ਉਹਦੇ ਹੁਕਮ ਵਿੱਚ ਆਪਣੇ ਆਪ ਹੋਏ ਨੇ, ਤੂੰ ਨਹੀਂ ਕੀਤੇ, ਅਸੀਂ ਥੋੜੀ ਕੀਤੇ ਆ। ਇਸ ਲਈ ਉਹਦੇ ਹੁਕਮ ਵਿੱਚ ਨੇ, ਇਸ ਲਈ ਉਹਦੇ ਹੁਕਮ ਤੋਂ ਉਲਟ ਕਿਵੇਂ ਚੱਲ ਸਕਦਾ?
ਉਹਦੀ ਰਜ਼ਾ ਤੋਂ ਉਲਟ ਕਿਵੇਂ ਚੱਲ ਸਕਦਾ ਤੂੰ? ਇਸ ਕਰਕੇ ਸਿੱਖ ਕਦੇ ਵੀ ਆਪਣੇ ਕੇਸਾਂ ਨੂੰ ਕਤਲ ਨਹੀਂ ਕਰਦਾ, ਕਿਉਂਕਿ ਇਹ ਉਹਦੇ ਹੁਕਮ ਦਾ ਪ੍ਰਤੀਕ ਹੈ। ਇਸ ਲਈ ਸਤਿਗੁਰੂ ਕਹਿੰਦੇ ਉਹਦੇ ਹੁਕਮ ਨੂੰ ਜਾਣ, ਉਹਦਾ ਹੁਕਮ ਹੀ ਸਾਡੇ ਲਈ ਸਭ ਕੁਝ ਹੈ। ਸਿੱਖ ਦਾ ਕੰਮ ਉਹਦਾ ਹੁਕਮ ਮੰਨਣਾ। ਲੇਖ ਅਸੰਖ ਲਿਖ ਲਿਖ ਮਾਨ। ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਹੈ ਅਸੰਖ, ਸੰਖਿਆ ਤੋਂ ਪਰੇ, ਗਿਣਤੀ ਵਿੱਚ ਨਹੀਂ ਆਉਂਦਾ। ਉਹਨੂੰ ਆਪਾਂ ਸੰਖਿਆ ਵਿੱਚ ਲਿਖ ਨਹੀਂ ਕਰ ਸਕਦੇ। ਉਸ ਨੂੰ ਕੀ ਸੰਖਿਆ ਲਿਖਾਂਗੇ? ਉਹਦੇ ਸੰਬੰਧ ਵਿੱਚ ਉਹਦੇ ਗੁਣਾਂ ਦੀ ਕੀ ਸੰਖਿਆ ਲਿਖੀਏ ਕਿ ਉਹਦੇ ਵਿੱਚ 100 ਗੁਣ ਨੇ ਜਾਂ 200 ਜਾਂ 1000 ਜਾਂ ਲੱਖ? ਸਤਿਗੁਰੂ ਕਹਿੰਦੇ ਗਿਣੇ ਨਹੀਂ ਜਾ ਸਕਦੇ, ਅਸੰਖ। ਲਿਖ ਲਿਖ ਕੇ ਕਾਗਜ਼ ਖਤਮ ਹੋ ਜਾਂਦੇ ਨੇ, ਪਰ ਉਹਦੇ ਗੁਣ ਨਹੀਂ ਖਤਮ ਹੁੰਦੇ। ਸਤਿਗੁਰੂ ਕਹਿੰਦੇ ਲੋਕ ਪ੍ਰਮਾਤਮਾ ਦੇ ਬਾਰੇ ਵਿੱਚ ਲਿਖਦੇ ਨੇ, ਲਿਖ ਲਿਖ ਕੇ ਕੀ ਕਰਦੇ ਨੇ? ਲਿਖ ਲਿਖ ਮਾਣ, ਲਿਖ ਲਿਖ ਕੇ ਉਹਦਾ ਮਾਣ ਕਰਦੇ ਕਿ ਅਸੀਂ ਇੰਨਾ ਲਿਖਿਆ, ਮੈਂ 10 ਲੱਖ ਵਾਰੀ ਵਾਹਿਗੁਰੂ ਵਾਹਿਗੁਰੂ ਲਿਖਿਆ। ਸਤਿਗੁਰੂ ਕਹਿੰਦੇ ਇਸੇ ਗੱਲ ਦਾ ਮਾਣ ਕਰੀ ਜਾਂਦਾ ਬੰਦਾ। ਉਹ ਵਾਹਿਗੁਰੂ ਅਸੰਖ ਹੈ, ਉਹ ਅਲੱਖ ਹੈ, ਉਹ ਅਲੇਖ ਹੈ, ਤੇ ਅਸੀਂ ਲੋਕ 2-4 ਅੱਖਰ ਲਿਖ ਕੇ ਉਸੇ ਗੱਲ ਦਾ ਹੰਕਾਰ ਕਰੀ ਜਾਂਦੇ ਹਾਂ। ਕੋਈ ਆਦਮੀ ਮਾੜੀ ਮੋਟੀ ਰੱਬ ਦੇ ਸੰਬੰਧ ਵਿੱਚ ਕਵਿਤਾ ਲਿਖ ਕੇ ਉਸੇ ਗੱਲ ਦਾ ਹੰਕਾਰ ਕਰੀ ਜਾਂਦਾ ਹੈ। ਕੋਈ ਮਾੜਾ ਮੋਟਾ ਲੇਖ ਲਿਖ ਕੇ, ਕੋਈ ਇੱਕ ਅੱਧੀ ਕਿਤਾਬ ਲਿਖ ਕੇ ਉਸ ਗੱਲ ਦੀ ਹਉਮੈ ਕਰੀ ਜਾਂਦਾ ਹੈ ਕਿ ਮੈਂ ਬਹੁਤ ਕੁਝ ਲਿਖ ਦਿੱਤਾ। ਜਿੰਨੇ ਵੀ ਰੱਬ ਦੇ ਪਿਆਰੇ ਹੋਏ, ਜਿਨ੍ਹਾਂ ਨੇ ਪ੍ਰਮਾਤਮਾ ਦੇ ਸੰਬੰਧ ਵਿੱਚ ਕੁਝ ਲਿਖਿਆ, ਤੁਸੀਂ ਕਬੀਰ ਸਾਹਿਬ ਨੂੰ ਪੜ੍ਹੋ। ਕਬੀਰ ਸਾਹਿਬ ਨੇ ਪਰਮੇਸ਼ਰ ਦੇ ਸੰਬੰਧ ਵਿੱਚ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਝ ਕਿਹਾ, ਪਰ ਉਹਨਾਂ ਨੇ ਗੱਲ ਇੱਥੇ ਹੀ ਖਤਮ ਕੀਤੀ ਹੈ ਕਿ ਉਸ ਵਾਹਿਗੁਰੂ ਬਾਰੇ ਕੁਝ ਵੀ ਲਿਖਿਆ ਨਹੀਂ ਜਾ ਸਕਦਾ, ਉਹਦੇ ਬਾਰੇ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਲਈ ਉਹ ਬੇਅੰਤ। ਸਤਿਗੁਰੂ ਕਹਿੰਦੇ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਪਰ ਮੂਰਖ ਆਦਮੀ ਹੰਕਾਰ ਕਰਦਾ ਹੈ, ਹਉਮੈ ਕਰਦਾ ਹੈ। ਉਹਨੇ ਸਾਨੂੰ ਕਿੰਨੀਆਂ ਦਾਤਾਂ ਦਿੱਤੀਆਂ, ਸਾਨੂੰ ਇਹ ਚੇਤਾ ਨਹੀਂ, ਪਰ ਸਾਨੂੰ ਇਹ ਜ਼ਰੂਰ ਚੇਤਾ ਹੈ ਕਿ ਅਸੀਂ ਕਿੱਥੇ ਕਿੱਥੇ ਕੀ ਕੀ ਦਾਨ ਕੀਤਾ। ਅਸੀਂ ਹਿਸਾਬ ਕਿਤਾਬ ਰੱਖਿਆ ਹੋਇਆ ਹੈ, ਲਿਖ ਲਿਖ ਕੇ ਨੋਟ ਕਰ ਕਰਕੇ ਰੱਖਿਆ ਹੋਇਆ ਕਿ ਫਲਾਣੀ ਥਾਂ 10 ਰੁਪਏ ਦਿੱਤੇ ਸੀ, ਫਲਾਣੀ ਥਾਂ ਇੰਨੇ ਦਿੱਤੇ, ਫਲਾਣੇ ਗੁਰਦੁਆਰੇ ਵਿੱਚ ਆਹ ਸੇਵਾ ਕਰਾਈ, ਫਲਾਣੀ ਥਾਂ ਆਹ ਕਰਾਈ। ਅਸੀਂ ਪੂਰਾ ਹਿਸਾਬ ਕਿਤਾਬ ਰੱਖਦੇ ਹਾਂ, ਪੂਰਾ। ਮੈਂ ਐਸੇ ਵੀ ਕਈ ਲੋਕ ਵੇਖੇ ਨੇ ਕਿ ਉਹ ਇਹ ਵੀ ਹਿਸਾਬ ਕਿਤਾਬ ਰੱਖਦੇ ਨੇ ਕਿ ਮੈਂ ਕਿੰਨੇ ਪੈਸੇ ਮੱਥਾ ਟੇਕਿਆ, ਇਹ ਵੀ ਗਿਣਤੀ ਰੱਖਦੇ ਨੇ ਲੋਕ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਲੋਕ ਮਾਣ ਕਰਦੇ ਨੇ, ਹੰਕਾਰ ਕਰਦੇ ਨੇ ਆਪਣੇ ਲਿਖੇ ਹੋਏ ਦਾ ਕਿ ਅਸੀਂ ਇੰਨੀ ਵਾਰੀ ਰਾਮ ਨਾਮ ਲਿਖਿਆ, ਇੰਨੀ ਵਾਰੀ ਵਾਹਿਗੁਰੂ ਵਾਹਿਗੁਰੂ ਲਿਖਿਆ, ਇੰਨੀ ਵਾਰੀ ਅੱਲਾ ਅੱਲਾ ਲਿਖਿਆ। ਪਰ ਉਹ ਪ੍ਰਮਾਤਮਾ ਤੇ ਬਹੁਤ ਵਿਸ਼ਾਲ ਹੈ, ਬਹੁਤ ਬੇਅੰਤ ਹੈ। ਲੇਖ ਅਸੰਖ ਲਿਖ ਲਿਖ ਮਾਨ, ਮਨ ਮਾਨਿਆ ਸੱਚ ਸੁਰਤ ਵਖਾਨ। ਸਤਿਗੁਰੂ ਕਹਿੰਦੇ ਜਦੋਂ ਉਸ ਲਿਖੇ ਹੋਏ ਵਾਹਿਗੁਰੂ ਵਿੱਚ, ਉਸ ਅਲੇਖ ਵਾਹਿਗੁਰੂ ਦੇ ਵਿੱਚ ਸਾਡਾ ਮਨ ਮੰਨ ਜਾਂਦਾ ਹੈ, ਮਨ ਉਹਦੇ ਵਿੱਚ ਲੱਗ ਗਿਆ, ਮਨ ਉਹਦੇ ਵਿੱਚ ਲੱਗ ਗਿਆ। ਤੁਸੀਂ ਜੋ ਲਿਖਿਆ ਵਾਹਿਗੁਰੂ, ਉਹਦੇ ਵਿੱਚ ਮਨ ਲੱਗ ਗਿਆ। ਜੇ ਲੱਗ ਗਿਆ ਤਾਂ ਗੱਲ ਬਣ ਗਈ, ਜੇ ਨਹੀਂ ਲੱਗਿਆ ਤਾਂ ਫਿਰ ਕੁਝ ਨਹੀਂ। ਸਤਿਗੁਰੂ ਕਹਿੰਦੇ ਜਦੋਂ ਉਸ ਪਰਮੇਸ਼ਰ ਵਿੱਚ ਮਨ ਮੰਨ ਗਿਆ, ਮਨ ਮਾਨਿਆ ਸੱਚ ਸੁਰਤ ਵਖਾਨ, ਤਦੋਂ ਹੀ ਸਾਡੀ ਸੁਰਤ ਉਸ ਦਾ ਵਖਿਆਨ ਕਰਦੀ ਹੈ। ਜਦੋਂ ਤੱਕ ਮਨ ਨਹੀਂ ਨਾ ਮੰਨਿਆ ਹੁੰਦਾ, ਉਦੋਂ ਤੱਕ ਅਸੀਂ ਬਾਹਰੋਂ ਉੱਪਰੋਂ ਆਪਣੀ ਜ਼ੁਬਾਨ ਤੋਂ ਉਹਨੂੰ ਵਖਿਆਨ ਕਰਨ ਦਾ ਯਤਨ ਕਰਦੇ ਹਾਂ,
पर वो यतन साडा निरार्थक हुंदा है, व्यर्थ। पर जदों वो साडी सुरत विच वसदा, जदों सानू सच दी सोझी हो जांदी, जदों साडा मन उहदे नाल मन जांदा है, सतगुरु कहंदे फिर असल मायने विच वखियान हुंदा है। ते इह वखियान किसी दूसरे नूं सुणाउण लई नहीं हुंदा कि मैं दूसरिਆਂ ਨੂੰ ਸੁਣਾਵਾਂ ਤੇ लोग सुनन, नहीं। तुसीं ऐसा जानना, ਜਦੋਂ तक ਬੰਦੇ ਨੂੰ कुछ नहीं ना पता ਹੁੰਦਾ उदों तक वो दूसरिਆਂ ਨੂੰ ਦੱਸਣਾ ਚਾਹੁੰਦਾ है। जिस दिन बंदे ਨੂੰ पता लग जाता है उस दिन वो चुप करके बह जाता है। थोड़ी अजीब गल है ये, पर है ऐसा ही, है ऐसा ही। ਜਦੋਂ तक बंदे कोल अधूरा ज्ञान हुंदा है उदों तक वो दूसरिਆਂ ਨੂੰ ਦੱਸਣਾ ਚਾਹੁੰਦਾ कि मैनू किन्नी जानकारी है, मैं किन्नियां किताबां पढ़ियां। जिस दिन ज्ञान हो जाता है उस दिन वो किसी ਨੂੰ कुछ नहीं कहता, वो चुप कर जाता है। फिर ਉਹਦਾ मौन, फिर ਉਹਦਾ चुप करना बोलता है, फिर ਉਹਦਾ मौन भी बोलता है। वो चुप बैठा है ਤਾਂ भी लोग ਉਹਦੇ ਮੌਨ ਵਿੱਚੋਂ भी अर्थ ਲੈ ਲੈਂਦੇ ਨੇ। ਤੇ ਜਦੋਂ ਬੰਦੇ ਨੂੰ ਗਿਆਨ ਨਹੀਂ ਨਾ ਹੁੰਦਾ ਉਹਦੇ ਬੋਲਣ ਵਿੱਚੋਂ ਵੀ ਕਿਸੇ ਨੂੰ ਗਿਆਨ ਨਹੀਂ ਹੁੰਦਾ। ਇਸ ਲਈ ਸਤਿਗੁਰੂ ਕਹਿੰਦੇ ਜਦੋਂ ਮਨ ਮੰਨ ਜਾਂਦਾ ਨਾ ਉਸ ਵਾਹਿਗੁਰੂ ਨਾਲ, ਤਦੋਂ ਸੁਰਤ ਵਖਿਆਨ ਕਰਦੀ ਹੈ ਉਹਦਾ। ਸੁਰਤ ਮਨ ਮਾਨਿਆ ਸੱਚ ਸੁਰਤ ਵਖਾਨ, ਕਥਨੀ ਬਦਨੀ ਪੜ ਪੜ ਭਾਰ। ਲੋਕ ਸਿਰਫ ਕਥਨੀਆਂ ਕਰ ਕਰਕੇ, ਗੱਲਾਂ ਕਰ ਕਰਕੇ ਰੱਬ ਦੇ ਸੰਬੰਧ ਵਿੱਚ ਸਤਿਗੁਰੂ ਕਹਿੰਦੇ ਸਿਰ ਤੇ ਭਾਰ ਲੈ ਕੇ ਬੈਠੇ ਨੇ, ਹੋਰ ਕੁਛ ਵੀ ਨਹੀਂ। ਧਰਮ ਦੇ ਸੰਬੰਧ ਵਿੱਚ, ਪ੍ਰਮਾਤਮਾ ਦੇ ਸੰਬੰਧ ਵਿੱਚ ਜਿੰਨੀ ਚਰਚਾ ਹੁੰਦੀ ਹੈ ਸ਼ਾਇਦ ਕਿਸੇ ਹੋਰ ਸੰਬੰਧ ਵਿੱਚ ਹੁੰਦੀ ਹੋਈ ਨਹੀਂ। ਤੁਸੀਂ ਘਰ ਜਾਓ, ਟੀਵੀ ਔਨ ਕਰੋ, ਹਰ ਚੈਨਲ ਦੇ ਉੱਤੇ ਰੱਬ ਦੀ ਚਰਚਾ ਹੋ ਰਹੀ ਹੈ ਸਵੇਰੇ ਸਵੇਰੇ। ਹਰ ਥਾਂ ਹਰ ਜਗ੍ਹਾ परमात्मा के संबंध में ही चर्चा हो रही। जगराते ये की है? परमात्मा की चर्चा है अपने ढंग नाल। गुरमत समागम की है? परमात्मा की चर्चा। वख-वख जिन्ने भी धार्मिक समागम वख-वख लोगों के, ईसाइयां दे प्रार्थना समागम की है? परमात्मा की चर्चा। सतगुरु कहते सिवाय चर्चा तो होर कुछ भी नहीं, गल्लां ने सिर्फ रब के संबंध में हो रही, पर रब के संबंध में जानदा कौन है? कोई भी नहीं। चर्चा बड़ी है। तो ख्याल रखना, जिस चीज़ की चर्चा होवे उस चीज़ बारे बहुते लोगों को पता नहीं हुंदा, उहदे बारे लोग अनजान ही हुंदे ने। चर्चा बड़ी है, पर चर्चा किस संबंध में है? परमात्मा के संबंध में नहीं है, उहदे संबंध में नहीं है। चर्चा किसी होर ही विषय च हो रही है। हाँ, परमात्मा का नाम जरूर लिया जा रहा है, उहदे नाम की आड़ में चर्चा माया की चल रही है। चर्चा किसी होर चीज़ की। ख्याल रखना, परमात्मा की चर्चा नहीं हुंदी, परमात्मा नूं जीवन विच वसाईदा है, उहनूं हिरदे विच धारण करीदा है। उहदियां गल्लां करके असीं की कर लवांगे? गल्लां तां असीं बथेरियां कर चुके हां हुण तक। रब दीयां गल्लां तां असीं बहुत कर चुके हां, देर सवेर किते भी मौका मिले कर ही लैंदे हां। गल यह है कि वह साडे हिरदे विच वसदा है कि नहीं। इस करके सतगुरु कहते कथनी बदनी पढ़ पढ़ भार। पढ़ पढ़ के बंदे दे मन विच हंकार दा भार पद गया कि मैं बड़ा कुछ पढ़िया होया, मैं बड़ियां किताबां पढ़ियां। सतगुरु कहते पढ़ पढ़ के भार है सिर ते, होर कुछ नहीं, बोझ। तो सतगुरु गुरु नानक साहब कहते नानक लिखै एक गल होर हौमै चखना चाह। हौमै दा भार है बस, अहंकार। लेख असंख अलेख अपार। वो वाहिगुरू ਉਹਦਾ लेख असंख लिखिया नहीं जा सकता, अलेख लिखण तो रहत, अपार मतलब बेअंत है।
सतगुरु कहते तू ऐसा जान, ऐसा साचा तू एको जान, जम्मण मरना हुक्म पछाण। जन्म ते मरना उहदा हुक्म है, ये पछाण लै, इस गल नूं जान लै। रहाओ माया मोह वाधा जमकाल। सतगुरु कहते संसार ये सारा जगत माया दे मोह विच वज के मौत दे वस पिया होया। माया मोह वाधा जग। सतगुरु कहते जग वाधा जमकाल, जम ने बस किया होया। ਜਿਹੜੇ भी लोग मोह विच ग्रस्त हो जाते हैं, मौत की फाही उन्होंने दे गल विच पैंदी होई पैंदी है। आत्मिक मौत की, शरीर की मौत तो आनी आनी है, पर आत्मिक मौत। सतगुरु कहते जिहड़ा भी बंदा मोह विच पिया, किसी भी चीज़ के मोह विच, किसी भी शरीर के मोह विच, वो बंदा आत्मिक मौत के वस पिया होया, वो अंदरों हौली हौली मरदा जा रहा है। बांधा छूटै नाम आधार। जिन्हां ने वाहिगुरू दे नाम नूं अपने जीवन का आधार बना लिया, जिन्हां ने वाहिगुरू दे नाम नूं अपने जीवन में संभाल लिया, सतगुरु कहते वो बद्धे हुए छुट गए, वो इस मोह तो छुट गए, वो इस जम तो छुट गए, आत्मिक मौत तो उन्हां दी मुक्ति हो गई, वो छुट गए। बांधा छूटै नाम संभाल, गुर सुख दाता अवर ना पाल। गुरु तो बिना सुखां दा दाता कोई होर नहीं है। सतगुरु कहते अवर ना भाल, होर ना लभदा फिर इधर उधर, होर ना भालदा फिर, क्योंकि उहदे तो बिना होर कोई है ही नहीं। तुसीं जिन्ना मर्जी लभ लो, भाल कर लो, उहदे तो बिना कोई होर सुख दा दाता नहीं है। सतगुरु कहते सर्व सुखां का दाता सतगुरु ताकी सरनी पाई है। उहदे तो बिना होर कोई नहीं, ਉਹੀ है इको एक सुख दाता। हलत पलत निभ ही तुद नाल। वो हलत पलत लोक परलोक साडे नाल निभदा है, हर थां हर जगह वो साडे नाल सहाई हुंदा है। इसलिए जिन्हां ने गुरु दे शब्द विच अपने आप नूं जोड़ के अपने अंदरों मैं नूं मार लिया, उन्हां दी वाहिगुरू विच लिव लगी। शब्द मरै तां एक लिव लाए। शब्द विच जदों आदमी मरदा है, तदों एक वाहिगुरू विच लिव लगदी। शब्द विच मरण का की मतलब है? शब्द विच मरण का मतलब कि जदों तुसीं गुरु का शब्द कीर्तन राही, कथा राही, पाठ राही सुन रहे हो, तो वो शब्द तुहाडे हिरदे विच वसदा जा रहा है, तुहानूं उस शब्द विच रस आउंदा जा रहा है, आनंद आउंदा जा रहा है। तुहाडा जिमें जिमें शब्द तुहाडे हिरदे विच वसदा है, जिमें जिमें तुहानूं रस आउंदा जांदा है, उवें उवें तुहाडा संबंध मैं नालों, माया नालों, मोह नालों, काम नालों, क्रोध नालों टुटदा जांदा है। जिमें जिमें माया नालों संबंध टुटदा जांदा है, उवें उवें साडी माया वालों मौत हुंदी जांदी है। शब्द मरै, जिहड़ा इस तरह गुरु के शब्द विच जुड़ के मर गया, सतगुरु कहते एक लिव लाए, वो उस एक वाहिगुरू विच अपनी लिव लाउंदा है, उहदी लिव लगदी है, उहदी लिव लग गई। अचर चरै तां भरम चुकाए। जिहड़ा अचर नूं जिहदे ते चढ़िया ना जा सके, जिन्हों चढ़ना, जिन्हों सर करना बहुत मुश्किल होवे, जे कोई उसनूं सर कर लवे, उस ते चढ़ जाए, ऐसी घाटी जिहदे ते चढ़ना औखा है। मन नूं काबू करना बहुत औखा है। जे कोई इस मन नूं काबू कर लै, अचर चरै तां भरम चुकाए। सतगुरु कहंदे जिहड़ा अचर नूं चर लैंदा है, इस ना काबू आउण वाले मन नूं जिहड़ा काबू कर लैंदा है, ਉਹਦੇ ਭਰਮ ਵਿਨਸ ਜਾਂਦੇ ਨੇ, ਉਹਦੇ ਮਨ ਦੇ ਸਾਰੇ ਭਰਮ ਦੂਰ ਹੋ ਜਾਂਦੇ। ਅਚਰ ਚਰੈ ਤਾਂ ਭਰਮ ਚੁਕਾਏ, ਜੀਵਨ ਮੁਕਤ ਮਨ ਨਾਮ ਵਸਾਏ। ਉਹ ਬੰਦਾ ਜਿਉਂਦੇ ਜੀ ਮੁਕਤ ਹੋ ਗਿਆ, ਜਿਹਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਜਿਹਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸਿਆ। ਜੀਵਨ ਮੁਕਤ ਮਨ ਨਾਮ ਵਸਾਏ।
ਜੇ ਅਸੀਂ ਚਾਹੁੰਦੇ ਹਾਂ ਕਿ ਜੀਵਨ ਮੁਕਤ ਹੋ ਜਾਈਏ, ਜਿਉਂਦੇ ਜੀ ਸਾਨੂੰ ਮੁਕਤੀ ਮਿਲ ਜਾਵੇ, ਮੁਕਤੀ ਤੋਂ ਮਤਲਬ ਇਹ ਨਾ ਸਮਝ ਲੈਣਾ ਕਿ ਮੌਤ ਆ ਜਾਵੇ। ਮੌਤ ਦਾ ਮਤਲਬ ਮੁਕਤੀ ਨਹੀਂ ਹੁੰਦਾ। ਮੌਤ ਦਾ ਮਤਲਬ ਬਿਲਕੁਲ ਵੀ ਮੁਕਤੀ ਨਹੀਂ ਹੈ। ਅਸੀਂ ਇਹ ਸ਼ਬਦ ਉਹਨਾਂ ਲਈ ਵਰਤ ਲੈਂਦੇ ਹਾਂ ਕਈ ਵਾਰੀ, ਜਿਹੜਾ ਆਦਮੀ ਬਹੁਤ ਦੁਖੀ ਹੈ, ਬਿਮਾਰ ਹੈ, ਕਾਫੀ ਲੰਬੇ ਸਮੇਂ ਤੋਂ ਬਿਸਤਰੇ 'ਤੇ ਪਿਆ, ਤਾਂ ਉਹਦੇ ਵਾਸਤੇ ਕਈ ਵਾਰੀ ਪਰਿਵਾਰ ਵਾਲੇ ਸ਼ਬਦ ਵਰਤਦੇ ਨੇ, ਵਾਹਿਗੁਰੂ ਇਹਨੂੰ ਮੁਕਤੀ ਦੇ ਦੇਵੇ। ਉਹਦਾ ਮਤਲਬ ਮੁਕਤੀ ਨਹੀਂ ਹੁੰਦਾ। ਉਹਦਾ ਮਤਲਬ ਇਹ ਹੈ ਕਿ ਹਾਂ, ਇਹਦੇ ਕੋਲੋਂ ਦੁੱਖ ਬਰਦਾਸ਼ਤ ਨਹੀਂ ਹੋ ਰਿਹਾ, ਸਾਡੇ ਕੋਲੋਂ ਵੇਖਿਆ ਨਹੀਂ ਜਾਂਦਾ, ਇਸ ਲਈ ਚੰਗਾ ਕਿ ਰੱਬ ਇਹ 'ਤੇ ਪਰਦਾ ਪਾ ਦੇ, ਇਹਨੂੰ ਲੈ ਜਾਏ। ਪਰ ਇਹ ਮੁਕਤੀ ਨਹੀਂ ਹੁੰਦੀ, ਇਹ ਮੁਕਤੀ ਨਹੀਂ। ਮੌਤ ਤਾਂ ਸਭ ਦੀ ਆ ਜਾਣੀ ਹੈ, ਪਰ ਸਭ ਨੂੰ ਮੁਕਤੀ ਵੀ ਮਿਲੇਗੀ, ਇਹ ਥੋੜ੍ਹੀ ਨਾ ਪੱਕਾ ਕਿਹਾ ਜਾ ਸਕਦਾ। ਇਸ ਲਈ ਤਾਂ ਨਾਮਦੇਵ ਜੀ ਨੇ ਕਿਹਾ ਬਾਣੀ ਅੰਦਰ ਕਿ ਜੇ ਮਰਨ ਤੋਂ ਬਾਅਦ ਮੁਕਤੀ ਮਿਲੀ ਵੀ ਤਾਂ ਕੌਣ ਜਾਣੇਗਾ, ਹੋ ਸਕਦਾ ਮੈਨੂੰ ਵੀ ਨਾ ਪਤਾ ਲੱਗੇ। ਮੂਏ हुए जो मुक्त देओगे मुक्त ना जाने कोई ला, कौन जानेगा कि नामदेव मुक्त हो गया। इसलिए मरण तो बाद मुक्ति नहीं चाहिए, जिउंदे जी मुक्त होना, जीवन मुक्त। इसलिए गुरमत का जिहड़ा मुक्ति का कंसैप्ट है वो जिउंदे जी है। मरण तो बाद किसी मुक्ति की कोई कामना सिख नहीं करता। कई बारी असीं अणजाणे विच अगियान वस हो के, ज्ञान ना होने करके असीं कह दिंदे आ कि फलाने बंदे की गति हो जाए, पर मरण तो बाद गति हुंदी है कि नहीं हुंदी ये कुछ नहीं कहा जा सकता, पर जिउंदे जी हो सकती है। जिउंदे जी उहदी संभावना है, मरण तो बाद नहीं, क्योंकि मरण तो बाद की वापरदा है किसी ने नहीं देखा। इस करके सतगुरु कहंदे जिउंदे जी मुक्त होना, जीवन मुक्त। कौन जीवन मुक्त हुंदा है? मन नाम वसाए, जिन्हां दे मन विच वाहिगुरू दा नाम वस गया। जे तुहाडे मन अंदर परमेश्वर वस गया तां तुहानूं जीवन मुक्त होण तो कोई नहीं रोक सकदा, कोई नहीं रोक सकदा। तुसीं मुक्त हो गए, इसलिए उहनूं मन विच वसाउणा। गुरमुख होए तां सच समाए, जिहड़ा गुरु दे सन्मुख हो गया, गुरमुख हो गया, सतगुरु कहते वो सच विच लीन हो गया, सच विच समा गया। जिस वाहिगुरू ने ये सारी सृष्टि नूं सिरजिया, जिन धर साजी गगन आकाश, जिसने इस धरती नूं, आकाश नूं, सारे सब कासे नूं सिरजिया, जिन सब थापी थाप उथाप, जिसने ये सारी सृष्टि नूं थापिया, स्थापित किया। उथापना हुंदा है नाश करना, उन्हें थापिया फिर थाप के उथाप भी कर दिता, नाश भी कर दिता। वो सानू जन्म दे ते जन्म तो बाद सानू मौत भी दे दिंदा है। सतगुरु कहते ऐसा ही है। ये सब चीज़ां हौली हौली बिनसदियां, हर एक दा एक कुछ समय का पीरीयड है, किसी का कुछ दिनों का, किसी का कुछ महीनों का, किसी का कुछ सालों का, किसी का सदियों का। जिमें धरती है, धरती का कई सदियों का पीरीयड है, इसलिए वो कुछ सदियां भोगेगी धरती ते भी बिनसेगी, खत्म होगी। धरती वर्गे रोज़ कई ग्रह खत्म होंदे ने ते कई ग्रह रोज़ पैदा होंदे ने। इसे तरह साडा जीवन है, साडे वर्गे लोग रोज़ मरदे ने ते रोज़ ही साडे वर्गियां दा जन्म भी हुंदा है। ऐसी है कुदरत। रोज़ नवे बच्चे जन्मदे ने, रोज़ लोग मरदे भी ने। इसलिए ये नाल नाल ही चलता है सब कुछ। सतगुरु कहते वो आप ही थापदा है ते आप ही थाप के नाश भी कर दिंदा है, उथाप दिंदा है। जिन सब थापी थाप उथाप सर्व निरंतर आपे आप, वो सब थाई निरंतर लगातार आप ही आप वसिया होया। जन्म विच भी उही है ते मौत विच भी उही। मौत देण वाला भी उही है, जीवन देण वाला भी उही है। इसलिए सतगुरु कहते सर्व निरंतर आपे आप, किसे ना पुछे बख्शे आप। वो किसी नूं पुछदा नहीं है कि उन्होंने किसी नाल सलाह मशवरा करने की जरूरत पैंदी है।
कि उन्हें कोई अपने वजीर रखे हुए ने कि उन्होंने तो सलाह लवे। नहीं, वजीरां की लोड़ मंत्रियां नूं हुंदी है, क्योंकि मंत्रियां की आप दी तां कोई अकल मत हुंदी नहीं। उन्होंने जिहड़े उन्होंने बंदे रखे ने उही दसदे ने कि आ करना है, उही लिख के दिंदे ने कि तुसीं आ कुछ बोलना है, नहीं तो उन्होंने कुछ भी नहीं पता है। उन्होंने नहीं पता कि की काम हो गया तो की होने वाला है। उन्होंने लिख के दे दिता जाता है, वो लिख के दिता होया बोल लेंदे ने बस। अपना उन्होंने कुछ भी नहीं है। हाँ, थोड़ा बहुत इंप्रोवाइज कर लेंदे होणगे बोलण लग्गियां, पर अपना कुछ नहीं। सतगुरु कहते वो वाहिगुरु ऐसा मालक है, ऐसा बादशाह जिहड़ा आप ही सब कुछ करने वाला है। वो आप ही थापदा है, आप ही थाप के नाश कर दिंदा है, किसी तो पुछदा नहीं। पुछ ना साजे, पुछ ना ढाहे, पुछ ना लेवै दे। पुछ के किसी तो कुछ दात दिंदा नहीं ते पुछ के लैंदा नहीं। साडे कोलों जदों कुछ वापस लैंदा तो सानू पुछदा नहीं कि मैं वापस लै लवां कि ना लवां, ते जदों सानू वो देण लगदा ते सानू पुछदा नहीं कि भाई मैं तैनूं देण लग्गा तूं लैणा कुछ कि नहीं। उहदी खेड ऐसी हुई है। किसे ना पुछे बख्शे आप, तू पुर सागर माणक हीर। हे सच्चे पातशाह, तू ऐसा सागर है माणक दा, हीरियां दा भरपूर, जिहदा कोई अंत नहीं। तू निर्मल सच गुणी गहीर, तू बड़ा पवित्र है गुणा दा गहीर है। सुख मानै भेटै गुर पीर, जिहड़ा गुरु नूं मिल पैंदा है, जिन्हों गुरु पीर मिल पिया, सतगुरु कहंदे उस नूं सुख प्राप्त हुंदा है। सुख मानै, वो सुख माणदा है। उस बंदे दे जीवन विच सुख आ गया जिन्हों गुरु मिल पिया। एको साहिब एक वजीर, वो आप ही साहिब है ते आप ही वजीर। उहदा सलाह मशवरा देण वाला भी वो आप ही है, इसलिए उहदा कोई होर वजीर नहीं उहदे तो बिना। उही मालिक है, उही वजीर है। जग बंदी मुक्ते हमारी, सतगुरु कहते सारा जगत बंदी है, कैदी। असीं सब कैदी हाँ। किवें कैदी हाँ? सानू सारिਆਂ ਨੂੰ हौमे की कैद पई हुई है, हंकार की। तो इस कैद विच कौन कैद है? साडा मन, असीं, साडी मैं दे इस कैद विच असीं सब बद्धे हुए हैं। तो इहदे विचों निकलना कोई भी नहीं चाहता। ये ऐसी कैद है क्योंकि बड़ी प्यारी है। ख्याल रखना कि जे लोहे दियां हथकड़ियां होण ना तो लोग उन्होंने छड़ाउण दा, तोड़न दा यतन करते हैं, पर सोने दियां हथकड़ियां नूं कौन तोड़ाउंदा है? कदी तुसीं देखिया सुनिया कि किसी बंदे ने सोने दियां हथकड़ियां नूं तोड़न दी जां उन्हां तो छुट्टण दी कोशिश कीती होवे? सोने दियां हथकड़ियां नूं लोग गहने समझ लैंदे ने। हौमै कुछ ऐसा ही गहना है जिहड़ा साडे सारियां दे हत्थां पैरां गलां विच पिया होया ते इस नूं असीं गहना समझ के पाई बैठे हाँ। इहदे तो मुक्त होने की कदे कोशिश ही नहीं करते। सानू कभी लगता ही नहीं कि मैनू हंकार, मैं हंकारी, सवाल ही नहीं पैदा होंदा। सानू लगता ही नहीं, कभी भी नहीं लगता। जदों तक लगता नहीं ना कि असीं कैदी हाँ, उदों तक कैद तो मुक्त होने की कोशिश नहीं करते, उदों तक। इसलिए समय समय ते जिमें जिमें सरकारां बदलदियां ना तो उन्हां दियां नीतियां भी बदलदियां। मुगल साम्राज सी तो उन्हां दियां नीतियां कुछ होर सी। उन्हां दा राज करन दा, लोकां नूं गुलाम बना के रखण दा ढंग तरीका कुछ होर सी। उन्हां तो बाद अंग्रेज़ आ गए, अंग्रेज़ां दा ढंग कुछ होर सी। जदों भी कोई नवीं सरकार आउंदी है तो पिछली सरकार नालों उन्हां दे तरीके वखरे हुंदे ने। देखण वालियां नूं इंज लगदा है कि ये सरकार पिछली सरकार नालों चंगी है, पर ऐसा हुंदा नहीं, ऐसा कदे भी नहीं वापरदा। हाँ, नीतियां विच थोड़ा बदलाव हुंदा है, थोड़ियां सुख सहूलतां दे दित्तियां जांदियां, ट्रेनां होंद विच आ गईयां, होर चीज़ां सड़कां बन गईयां, ठीक है, पर
ਗੁਲਾਮ ਅੰਦਰੋਂ ਅੰਦਰ ਹੀ ਗੁਲਾਮ ਕਰ ਲਿਆ ਜਾਂਦਾ। ਫਿਰ ਸਮਾਂ ਬਦਲਦਾ ਤਾਂ ਹੋਰ ਸਰਕਾਰ ਆ ਜਾਂਦੀ ਹੈ। ਹੋਰ ਸਰਕਾਰ ਆਈ ਤਾਂ ਉਹਨਾਂ ਨੇ ਗੁਲਾਮੀ ਦਾ ਇੱਕ ਵੱਖਰਾ ਢੰਗ ਖੋਜ ਲਿਆ ਕਿ ਇਹਨਾਂ ਵਿੱਚ ਜਾਗਰਤੀ ਨਾ ਪੈਦਾ ਹੋਵੇ, ਇਸ ਲਈ ਇਹਨਾਂ ਨੂੰ ਸਿੱਖਿਆ ਹੀ ਐਸੀ ਦਿਓ, ਇਹਨਾਂ ਦੇ ਸਾਹਮਣੇ ਇਹਨਾਂ ਦੇ ਟੀਵੀ ਦੇ ਪ੍ਰੋਗਰਾਮ ਐਸੇ ਦਿਓ, ਇਹਨਾਂ ਨੂੰ ਫਿਲਮਾਂ ਐਸੀਆਂ ਦਿਓ, ਇਹਨਾਂ ਦੇ ਮਨੋਰੰਜਨ ਦੇ ਸਾਧਨ ਐਸੇ ਦਿਓ ਕਿ ਇਹ ਲੋਕ ਉਹਨਾਂ ਚੀਜ਼ਾਂ ਵਿੱਚ ਹੀ ਉਲਝੇ ਰਹਿਣ, ਕਦੇ ਵੀ ਜਾਗਣ ਨਾ। ਅੱਜ ਕੱਲ੍ਹ ਇਹ ਕੁਝ ਹੋ ਰਿਹਾ ਹੈ। ਇਸ ਲਈ ਜਾਗਰਤ ਗਿਆਨ, ਅਵੇਅਰਨੈਸ, ਇਹ ਤਾਂ ਅੱਜ ਦੇ ਸਮੇਂ ਵਿੱਚ ਲਗਭਗ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ, ਕਿਉਂਕਿ ਨਾ ਲੋਕ ਇਸ ਪਾਸੇ ਨੂੰ ਇੰਟਰਸਟਡ ਨੇ। ਉਹ ਕਹਿੰਦੇ ਜੀ ਜਿਵੇਂ ਚੱਲਦਾ ਚੱਲੀ ਜਾਣ ਦਿਓ। ਇਸ ਲਈ ਕੋਈ ਆਪਣੇ ਹੱਕਾਂ ਬਾਰੇ ਨਹੀਂ ਜਾਣਨਾ ਚਾਹੁੰਦਾ, ਕੋਈ ਵੀ ਸਾਡੇ ਵਾਸਤੇ ਕੀ ਠੀਕ ਹੈ ਇਸ ਬਾਰੇ ਨਹੀਂ ਜਾਣਨਾ। ਜੋ ਕੁਝ ਹੋ ਰਿਹਾ ਜੀ ਠੀਕ ਹੀ ਠੀਕ ਹੈ। ਸਰਕਾਰ ਕੁਝ ਗਲਤ ਕਰ ਰਹੀ ਹੈ, ਕੋਈ ਉਹਦੇ ਖਿਲਾਫ ਆਵਾਜ਼ ਨਹੀਂ ਉਠਾਉਣਾ ਚਾਹੁੰਦਾ। ਲੋਕ ਕਹਿੰਦੇ ਛੱਡੋ, ਸਾਨੂੰ ਕੀ ਜੀ, ਅਸੀਂ ਕਿਹੜਾ ਇਕੱਲੇ ਮਰ ਰਹੇ ਹਾਂ, ਬਾਕੀ ਵੀ ਤਾਂ ਮਾਰੀ ਰਹੇ ਸਾਡੇ ਨਾਲ। ਮਹਿੰਗਾਈ ਦੀ ਮਾਰ ਸਾਨੂੰ ਇਕੱਲਿਆਂ ਨੂੰ ਥੋੜ੍ਹੀ ਖਾਣੀ ਪੈ ਰਹੀ, ਸਾਰੀ ਦੁਨੀਆ ਨੂੰ ਖਾਣੀ ਪੈ ਰਹੀ ਹੈ। ਠੀਕ ਹੈ ਜੀ, ਸਾਰਿਆਂ ਦੇ ਨਾਲ ਹੀ ਆ। ਇਹ ਗੁਲਾਮੀ ਦੀ ਨਿਸ਼ਾਨੀ ਹੁੰਦੀ ਹੈ, ਕੈਦ ਦੀ ਨਿਸ਼ਾਨੀ, ਕਿ ਉਹਦੇ ਵਿੱਚ ਹੁਣ ਰਾਜੀ। ਠੀਕ ਹੈ ਜੀ, ਸੋਨੇ ਦਾ ਗਹਿਣਾ ਪਾ ਲਿਆ, ਬਸ ਠੀਕ ਹੈ। ਸਤਿਗੁਰੂ ਸੋਝੀ ਦਿੰਦੇ, ਸਤਿਗੁਰੂ ਕਹਿੰਦੇ ਜਗ ਬੰਦੀ, ਜਗਤ ਬੱਝ ਗਿਆ, ਬੱਝ ਗਿਆ। ਮੁਕਤ ਕੌਣ ਹੈ? ਮੁਕਤ ਉਹ ਹੈ ਜਿਹਨੇ ਮੈਂ ਨੂੰ ਮਾਰ ਲਿਆ। ਜਗ ਬੰਦੀ ਮੁਕਤੇ ਹਉ ਮਾਰੀ, ਜਿਨ੍ਹਾਂ ਨੇ ਹਉ ਮਾਰ ਲਈ, ਮੈਂ ਮਾਰ ਲਈ ਆਪਣੇ ਅੰਦਰੋਂ, ਉਹ ਮੁਕਤ ਹੋ ਗਏ, ਜਿਹੜੇ ਜਾਗ ਪਏ। ਜਗ ਗਿਆਨੀ ਵਿਰਲਾ ਵਿਚਾਰੀ। ਸਤਿਗੁਰੂ ਕਹਿੰਦੇ ਇਸ ਜਗਤ ਵਿੱਚ ਜਿਹਨੂੰ ਗਿਆਨ ਆ ਗਿਆ, ਜਿਹੜਾ ਗਿਆਨੀ ਹੈ ਉਹੀ ਅਸਲ ਵਿੱਚ ਆਚਾਰੀ ਹੈ, ਆਚਰਨ ਵਾਲਾ। ਇੱਕ ਹੈ ਗਿਆਨ ਹੋ ਕੇ ਕਿਸੇ ਦਾ ਆਚਰਣ ਬਣਦਾ ਹੈ, ਇੱਕ ਹੈ ਕਿ ਆਚਰਣ ਹੈ ਪਰ ਗਿਆਨ ਨਹੀਂ ਹੈ। ਅੱਜ ਦੇ ਸਮੇਂ ਵਿੱਚ ਲੋਕਾਂ ਕੋਲ ਗਿਆਨ ਕੋਈ ਨਹੀਂ ਹੈ, ਫੋਕਾ ਆਚਰਣ ਹੈ, ਫੋਕਾ। ਤੇ ਉਹ ਆਚਰਣ ਬਹੁਤੀ ਦੇਰ ਟਿਕਦਾ ਨਹੀਂ, ਉਹ ਆਚਰਣ ਬਹੁਤੀ ਦੇਰ ਟਿਕਦਾ ਨਹੀਂ, ਕਿਉਂਕਿ ਅੰਦਰ ਕੁਛ ਨਹੀਂ ਹੈ, ਉਹਦੀ ਜੜ ਨਹੀਂ ਹੈ। ਤੇ ਜਿਹਦੀ ਜੜ ਨਹੀਂ ਹੈ ਉਹ ਕਿੰਨੀ ਕੁ ਦੇਰ ਟਿਕੇਗਾ? ਬਹੁਤੀ ਦੇਰ ਨਹੀਂ। ਇਸ ਲਈ ਬਹੁਤ ਬਾਹਰੀ ਗੱਲਾਂ ਦੱਸੀਆਂ ਜਾਂਦੀਆਂ ਸਾਨੂੰ ਸਕੂਲਾਂ ਵਿੱਚ ਜਾਂ ਸਾਨੂੰ ਸਮਾਜ ਵਿੱਚ, ਸਾਨੂੰ ਟੀਵੀ ਰਾਹੀਂ ਬਾਹਰੀ ਚੀਜ਼ਾਂ ਸਿਖਾਈਆਂ ਜਾਂਦੀਆਂ ਕਿ ਸੱਚ ਬੋਲੋ, ਚੰਗੇ ਗੁਣ ਧਾਰਨ ਕਰੋ, ਇਮਾਨਦਾਰੀ ਰੱਖੋ, ਬੇਈਮਾਨੀ ਨਾ ਕਰੋ। ਇਸ ਤਰ੍ਹਾਂ ਦੀਆਂ ਬਾਹਰੀ ਓਪਰੀ ਗੱਲਾਂ ਦਾ ਸਾਨੂੰ ਦੱਸੀਆਂ ਜਾਂਦੀਆਂ। ਪਰ ਗਿਆਨ ਦੀ ਗੱਲ, ਜਿਹਦੇ ਪੈਦਾ ਹੋਣ ਨਾਲ ਇਹ ਸਭ ਆਚਰਣ ਆਪਣੇ ਆਪ ਪੈਦਾ ਹੋ ਜਾਂਦੇ ਨੇ, ਉਹਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ, ਨਾ ਉਹਦੇ ਬਾਰੇ ਜਾਣਕਾਰੀ ਕੋਈ ਦੇ ਪਾਉਂਦਾ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਗਿਆਨ ਹੋ ਗਿਆ, ਇਹ ਆਚਰਣ ਆਪਣੇ ਆਪ ਪੈਦਾ ਹੋ ਹੀ ਜਾਵੇਗਾ। ਜਿਹਨੂੰ ਗਿਆਨ ਹੋ ਗਿਆ ਉਹ ਝੂਠ ਬੋਲੇਗਾ ਕਿਵੇਂ? ਜਿਹਨੂੰ ਗਿਆਨ ਹੋ ਗਿਆ ਉਹ ਕਿਸੇ ਇਸਤਰੀ ਵੱਲ, ਕਿਸੇ ਦੀ ਹੋਰ ਦੀ ਧੀ ਭੈਣ ਵੱਲ ਮਾੜੀ ਨਿਗਾਹ ਨਾਲ ਵੇਖੇਗਾ ਕਿਵੇਂ? ਜਿਹਨੂੰ ਇਹ ਗਿਆਨ ਹੋ ਗਿਆ ਕਿ ਜਿਹੋ ਜਿਹੀ ਇਸਤਰੀ ਮੇਰੀ ਹੈ, ਜਿਹੋ ਜਿਹੀ ਮੇਰੀ ਭੈਣ ਹੈ, ਜਿਹੋ ਜਿਹੀ ਮੇਰੀ ਮਾਂ ਹੈ, ਉਹੋ ਜਿਹੀਆਂ ਹੀ ਬਾਕੀ ਇਸਤਰੀਆਂ ਨੇ, ਉਹੋ ਜਿਹੀਆਂ ਹੀ। ਇਸ ਲਈ ਫਿਰ ਉਹ ਕਿਸੇ ਨਾਲ ਮਾੜਾ ਸਲੂਕ ਕਿਵੇਂ ਕਰ ਸਕਦਾ ਹੈ? ਆਚਰਣ ਦਾ ਆਧਾਰ ਗਿਆਨ ਹੁੰਦਾ ਹੈ, ਗਿਆਨ। ਤੇ ਜਿਨ੍ਹਾਂ ਨੇ ਫੋਕਾ ਆਚਰਣ ਧਾਰਨ ਕੀਤਾ ਹੈ, ਉਹਨਾਂ ਦਾ ਆਚਰਣ ਅਕਸਰ ਰੂਪ ਦੇਖ ਕੇ ਡੋਲ ਜਾਂਦਾ ਹੈ। ਉਹਨਾਂ ਦਾ ਆਚਰਣ, ਉਹਨਾਂ ਦੀ ਇਮਾਨਦਾਰੀ ਅਕਸਰ ਪੈਸੇ ਦੇਖ ਕੇ ਡੋਲ ਜਾਂਦੀ ਹੈ। ਜਿਨ੍ਹਾਂ ਦਾ ਆਚਰਣ ਓਪਰਾ ਹੁੰਦਾ ਹੈ। ਸਤਿਗੁਰੂ ਕਹਿੰਦੇ ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ। ਇਸ ਜਗਤ ਵਿੱਚ ਪੰਡਿਤ ਤਾਂ ਬਹੁਤ ਨੇ, ਪੰਡਿਤ ਮਤਲਬ ਜਿਨ੍ਹਾਂ ਕੋਲ ਵਿੱਦਿਆ ਹੈ, ਜਿਨ੍ਹਾਂ ਕੋਲ ਥੋੜ੍ਹਾ ਬਹੁਤ ਕਿਤਾਬਾਂ ਦੀ ਜਾਣਕਾਰੀ ਹੈ, ਜਿਹੜੇ ਥੋੜ੍ਹੇ ਬਹੁਤ ਪੜ੍ਹ ਲਿਖ ਗਏ ਨੇ। ਸਤਿਗੁਰੂ ਕਹਿੰਦੇ ਜਗਤ ਵਿੱਚ ਬਹੁਤ ਨੇ, ਪਰ ਕੋਈ ਵਿਰਲਾ ਹੈ ਵਿਚਾਰੀ, ਵਿਚਾਰਨ ਵਾਲਾ, ਸਮਝਣ ਵਾਲਾ, ਕੋਈ ਵਿਰਲਾ। ਬਿਨ ਸਤਿਗੁਰੂ ਭੇਟੇ ਸਭ ਫਿਰੈ ਅਹੰਕਾਰੀ। ਬਿਨਾਂ ਗੁਰੂ ਨੂੰ ਮਿਲਿਆ, ਗੁਰੂ ਨਾਲ ਜੁੜਿਆ, ਸਤਿਗੁਰੂ ਕਹਿੰਦੇ ਸਭ ਅਹੰਕਾਰੀ ਭਟਕਦੇ ਫਿਰਦੇ ਨੇ ਇੱਥੇ।
बिन सतगुरु भेटे सब फिरै अहंकारी, जग दुखिया सुखिया जन कोई। सारा जगत दुखी है, सुखी कोई बिरला है। जग रोगी भोगी गुण रोए। जगत रोगी है, भोगी भोगां पदार्थां नूं भोग भोग के रो रहे ने लोग। सतगुरु कहते चीज़ां हैगियां ने लोकां कोल, पर फिर भी उन्हां चीज़ां दे होण दे बावजूद भी दुखी ने। भोगदे ने, चंगा खांदे ने, चंगा पहनदे ने, चंगा रहन सहन, पर फिर भी दुख ने, फिर भी रोंदे रहिंदे ने। भोगी गुण रोए, रो रहे ने सतगुरु कहते चीज़ां होण दे बावजूद भी। जग उपजै बिन सै पत खोए। जगत उपजदा है ते बिन सजांदा है। अपनी पत गवा के लोग तुर जाते हैं इस दुनिया तो। गुरमुख होवे बूझै सोए। जिहड़ा गुरु दे सन्मुख हुंदा है उही इस गल नूं बुझदा है, समझदा है। महंगो मोल भार अफार। वाहिगुरू दा नाम बड़ा महंगा है, पर बंदा हंकार दे भार विच दबिया होया है। महंगो मोल अफार भार अफार, अटल अछल गुरमती धार। गुरु दी मत ते चल के वो अटल वो अछल, जिन्हों छलिया नहीं जा सकता, जिहड़ा कदे टलदा नहीं, भाव हमेशा रहिंदा है। गुरु दी मत ते चल के वो प्राप्त हुंदा है। भाए मिले, मिलदा किवें? प्रेम नाल। भाए भाए मतलब प्रेम। भाए मिले भावै पैकार। उहदे प्रेम विच ही असीं उस परमात्मा नूं पा जांदे हां। नानक नीच कहे विचार। सतगुरु कहंदे नानक नीच तां इह विचार कहंदा है भाई, उहदे प्रेम विच चल के ही उहदी रहमत उहदी दात हासिल हुंदी है। सतगुरु रहमत करे उहदा इह प्रेम सानू सब नूं हासिल होवे ते जिस नाल असीं उस वाहिगुरू नूं पा जाइए। होईयां भुल्लां लई खिमा। सतगुरु जी अते आप सरबत संगत बख्शण जो। भुल्लां ना चितारदे होए आखो जी वाहिगुरू जी का खालसा वाहिगुरू जी की फतेह।